अस्सलाम वालेकुम नाजरीन, मैं हूं हारून रफीक और आप देख रहे हैं होशियारियां। दोस्तों, नामुमकिन कोई भी चीज अगर आपको नामुमकिन लगती है तो आप यकीन जाने वो आपके लिए नामुमकिन है, दुनिया के लिए नहीं है। कब्रिस्तान ऐसे लोगों से भरे पड़े हैं जो बहुत सी चीजों के बारे में कहते थे ये मुमकिन नहीं है, ये इम्पॉसिबल है, और बाजार और तारीख भरी पड़ी है उन चीजों से जिनके बारे में वो ये कहते थे ये कभी नहीं हो सकता, क्योंकि सब कुछ मुमकिन है और लोग ये सब कर चुके हैं। अंधे पेंटिंग कर चुके हैं, बहरे म्यूजिक बना चुके हैं, पोलियो के मरीज ओलंपिक जीत चुके हैं, माजूर लोग माउंट एवरेस्ट चढ़ चुके हैं। अगर आपको अब भी ये सब नामुमकिन लग रहा है तो ये सिर्फ आपकी सोच का मसला है, इसको बदलने की जरूरत है। कुछ नामुमकिन नहीं है अगर आपको यकीन कामिल हो। आइए इसी पैगाम के साथ शुरू करते हैं आज का शो। आज आपको फिर लेके चलते हैं हीर रांझा के सेट पे और देखते हैं वहां क्या हो रहा है। ਰਾਂਝਾ ਖੱਜਲ ਖਰਾਬ ਹੁੰਦਿਆਂ ਆਖਰਕਾਰ ਹੀਰ ਦੇ ਪਿੰਡ ਪਹੁੰਚ ਗਿਆ। ਹੀਰ ਦੀ ਤੇ ਰਾਂਝੇ ਦੀ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਹੀਰ ਨੇ ਰਾਂਝੇ ਕੋਲੋਂ ਲੁੱਟਣ ਨੂੰ ਬਚਾਇਆ। ਹੀਰੇ, ਇਹ ਜਵਾਨ ਕੌਣ ਹੈ? ਆਪਣੇ ਪਿੰਡ ਦਾ ਤੇ ਨਹੀਂ ਲੱਗਦਾ। ਮੈਂ ਸੁਣਿਆ ਰਾਂਝਾ ਰਾਂਝਾ ਇਹਨੂੰ ਕਹਿੰਦੇ ਤੇ ਕਿਸੇ ਪਿੰਡ ਦਾ ਰਾਜਾ ਹੈ। ਰਾਜਾ ਤਾਂ ਹੀ ਤਸ਼ੀਮ ਵਰਗਾ ਜਵਾਨ ਹੈ, ਤਾਈਓ ਤਾਂ ਗੈਰਤਮੰਦ ਹੈ, ਤਾਂ ਹੀ ਤਾਂ ਉਹਨੂੰ ਖੁੱਸੇ ਨਾਲ ਮਾਰਿਆ। मेरे ख्वाबा दी शहजादी तू है या तू है? ਮੈਂ ख्वाबा च तू इहनू भेजदी सर। ਤੁਹਾਡੇ ਦੋਵਾਂ ਚੋਂ ਹੀਰ ਕਿਹੜੀ ਹੈ? ਮੈਂ ਨਹੀਂ ਮੈਂ 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 ਨਹੀਂ ਮੈਂ ਨਾ ਕਰੋ, ਤੁਸੀਂ ਹੀਰੋ ਜੋ ਬੱਕਰੀਆਂ ਜੋ। ਵੇ ਰਾਂਝਾ, ਵੇਖ ਤੇਰੇ ਖਾਬਾਂ ਦੀ ਸ਼ਹਜ਼ਾਦੀ ਤੇਰੇ ਸਾਹਮਣੇ ਖੜੀ ਹੈ। ਤੇਰੀ ਹੀਰ ਤੇਰੇ ਸਾਹਮਣੇ ਖੜੀ ਹੈ। ਇਹ ਵੀ ਹੀਰ ਹੈ, ਉਹ ਵੀ ਹੀਰ ਹੈ। ਮੈਨੂੰ ਲੱਗਦਾ ਇਸ ਸਾਲ ਫਸਲ ਨਹੀਂ ਹੋਈ, ਹੀਰਾਂ ਹੀ ਹੋਈਆਂ ਨੇ। वैसे ये क्या हुआ, दो हीर हो गई? असल में एक तो झूठ बोल रही होगी ना, डेफिनेटली, क्योंकि उसके इश्क में मुब्तला हो गई है। ਤੁਹਾਨੂੰ ਕਸਮ ਹੈ ਆਪਣੀ ਮਾਂ ਦੀ, ਸਹੀ ਦੱਸੋ ਹੀਰ ਕੌਣ ਹੈ? ਮੈਂ ਰਾਂਝਾ। ਰਾਂਝਾ ਮੇਰੀ ਅੱਖਾਂ 'ਚ ਵੇਖ, ਕਾਫੀ ਫਰਕ ਪੈ ਗਿਆ ਹੈ। ਮੈਂ ਕੋਈ ਪਾਗਲ ਤੇ ਬੇਵਕੂਫ ਨਹੀਂ, ਮੈਂ ਤਖਤ ਜ਼ਾਰੇ ਦਾ ਰਾਜਾ ਵਾ। वाह, ਤੇ ਮੈਂ 1 ਮਿੰਟ ਚ ਦੱਸ ਸਕਣਾ ਤੁਹਾਡੇ ਦੋਵਾਂ ਚੋਂ ਹੀਰ ਕਿਹੜੀ ਹੈ। ਤੇ ਭਲਾ ਦੱਸ। ਅੱਕੜ ਬੱਕੜ ਬੰਬਾ ਬੋ 80 90 ਪੂਰਾ 100। ਰਾਂਝਾ, ਜੇ ਬੁੱਝੀ ਲਿਆਈ ਕਿ ਉਹ ਹੀਰ ਹੈ ਤੇ ਵੇਖ ਮੈਂ ਉਹਦੇ ਨਾਲ ਸੋਹਣੀ ਨਹੀਂ। ਜੇ ਤੂੰ ਸੋਹਣੀ ਹੈ ਤੇ ਫਿਰ ਮਹੀਵਾਲ ਨੂੰ ਲੱਭ, ਰਾਂਝੇ ਨਾਲ ਤੇਰਾ ਕੀ ਕੰਮ? ਵੇ ਰਾਂਝਾ, ਮੈਂ ਹੀਰ ਨਾਲੋਂ ਲੰਮੀ ਆ। ਮੰਨਿਆ, ਮੈਂ ਹੀਰ ਨਾਲੋਂ ਬਹੁਤੀ ਜੱਟੀ ਲੱਗਨੀ ਆ। ਇਹ ਵੀ ਮੰਨਿਆ, ਲੇਕਿਨ ਮੈਂ ਹੀਰ ਲੱਭਣ ਆਇਆ, ਮੈਂ ਤੇਰੇ ਕੋ ਕੋਈ ਫਾਸਟ ਬੋਲਿੰਗ ਨਹੀਂ ਕਰ। ਵੇ ਰਾਂਝਾ, ਤੂੰ ਇਸ ਪਿੰਡ 'ਚ ਕਿਸ ਵਾਸਤੇ ਆਇਆ ਹੈ? ਆਇਆ ਤਾਂ ਮੈਂ ਹੀਰ ਲੱਭਣ ਸਾਂ, ਲੇਕਿਨ ਮੈਂ ਜੌਬਲੈਸ ਵੀ ਹਾਂ। ਆਪਣੀ ਸੀਵੀ ਨਾਲ ਲਿਆਇਆ ਹੈ? ਪਿਆਰ ਕਰਨ ਵਾਲਿਆਂ ਦੀਆਂ ਕੋਈ ਸੀਵੀਆਂ ਨਹੀਂ ਹੁੰਦੀਆਂ, ਸਿਰਫ 2 ਗਾਣੇ ਤੇ 1 ਵੰਜਲੀ ਮੇਰੇ ਕੋਲ। ਹੀਰੇ, ਤੇਰਾ ਪਿਓ ਵੀ ਤਾਂ ਇੱਕ ਬੰਦਾ ਲੱਭਦਾ ਫਿਰਦਾ ਨਾ ਜਿਹੜਾ ਉਹਨਾਂ ਦੀਆਂ ਮੱਝਾਂ ਚਾਰੇ। ਹਾਂ ਰਾਂਝਾ, ਮੈਂ ਆਪਣੇ ਪਿਓ ਨਾਲ ਗੱਲ ਕਰਾਂਗੀ, ਉਹ ਤੈਨੂੰ ਕੰਮ ਤੇ ਰੱਖ ਲੇਗਾ। ਉਹ ਮੇਰੀ ਗੱਲ ਨਹੀਂ ਮੋੜਦਾ। ਤੇ ਠੀਕ ਹੈ, ਫਿਰ ਪਿਓ ਨਾਲ ਗੱਲ ਕਰ, ਅਸੀਂ ਵੀ ਤੇਰੇ ਪਿਓ ਦੀ ਇੱਕ ਗੱਲ ਨਹੀਂ ਮੋੜਾਂਗੇ। ਔਰ ਮੈਂ ਹੀਰੇ ਤੇਰੇ ਨਾਲ ਇੱਕ ਸ਼ਿਕਾਇਤ ਕਰਨਾ ਚਾਹੁੰਦਾ। ਹਾਏ, ਉਹ ਕੀ? ਇਹ ਤੇਰੀ ਸਹੇਲੀ ਮੇਰੀਆਂ ਖਾਬਾਂ ਚ ਆਂਦੀ ਰਹੀ ਹੈ, ਇਹਨੇ ਮੈਨੂੰ ਬੜਾ ਜ਼ਲੀਲ ਕੀਤਾ। ਲੈ ਨਹੀਂ ਹੀਰੇ, ਤੇਰਾ ਪਿਓ ਆ ਗਿਆ ਈ। ਹਾਏ ਲੱਭਾ ਜੀ। ਕੌਣ ਹੈ ਜਵਾਨਾ ਤੇ ਤੂੰ ਇਸ ਪਿੰਡ 'ਚ ਕੀ ਲੈਣਾ ਹੈ? ਚੁੱਪ ਕਰੋ ਜਵਾਨਾ, ਮੈਨੂੰ ਹੀਰ ਦੇ ਪਿਓ ਨਾਲ ਗੱਲ ਕਰਨ ਦੇ। ਚਾਚਾ ਜੀ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ। ਮੈਂ ਵੀ ਅੱਗੇ ਕਾਲ ਡਾਇਵਰਟ ਕਰਨੀ ਹੈ। क्यों? ਹੀਰ ਦਾ ਪਿਓ ਤੇ ਇਹ ਹੈ। अच्छा 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 अच्छा, भाई वो है चौधरी साहब। मैं माफी चाहना, सारा अब्बा तेरा ही है। अंकल जी, आपके बाजू को कोई प्रॉब्लम है? ਇਹਨੂੰ ਪਤਾ ਨਹੀਂ ਕਿਸੇ ਨੇ ਦੱਸ ਦਿੱਤਾ ਕਿ ਮੈਨੂੰ ਫਾਲਜ ਹੋਣਾ ਇਹ ਕਬਲਜ਼ ਵਕਤ ਕੁਟਾਈ ਕਰ ਰਿਹਾ। कबल वक्त ਕਿਵੇਂ ਆਇਆ ਓਏ? ਅੱਬਾ ਜੀ, ਇਹ ਰਾਂਝਾ ਹੈ ਤੇ ਨਾਲ ਵਾਲੇ ਪਿੰਡ ਦਾ ਰਾਜਾ ਹੈ। मैनू प्यार ना धीदो कहंदे ने। ਅਗਰ ਇਹੋ ਜਿਹੀ ਕੋਈ ਗੱਲ ਹੈ ਵੀ ਤੇ ਆਪਣੇ ਮੂੰਹ ਨਹੀਂ ਕਹੀ ਦੀ ਜਵਾਨਾ। जी मैं अपना ना दसिया, कोई गाल थी नहीं कड्डी ते। ਗਾਲ ਤੂੰ ਕੱਢੇ ਤੇ ਮੈਂ ਤੇਰਾ ਮੂੰਹ ਨਾ ਪਾ। ਤੂੰ ਚੌਧਰੀ ਚੂਚਕ ਨਾਲ ਗੱਲ ਕਰ ਰਿਹਾ, ਕਿਸੇ ਨੱਥੂ ਖੈਰੇ ਨਾਲ ਨਹੀਂ। आज हमने नत्थू खैरा भी देख लिया। ਹੀਰੇ, ਜਲਦੀ ਨਾਲ ਜੌਬ ਦੀ ਗੱਲ ਕਰਨਾ ਚਾਚੇ ਜੀ ਨਾਲ। ਅੱਬਾ ਜੀ, ਤੁਸੀਂ ਕਹਿੰਦੇ ਸੀ ਨਾ ਕਿ ਤੁਹਾਨੂੰ ਇੱਕ ਕਾਮਾ ਚਾਹੀਦਾ ਹੈ ਤੇ ਇਹ ਜੌਬਲੈਸ ਹੈ। चाचा जी, मैं बड़े काम कर लेना वा, मैं पखा खोल के भी ठीक कर लेना, घर च इस्त्री भी ठीक कर लेना वा। ਪੁੱਤਰ, ਮੇਰਾ ਖਿਆਲ ਹੈ ਤੂੰ ਸਾਡੇ ਪਿੰਡ ਗਲਤ ਆ ਗਿਆ। ਤੈਨੂੰ ਬੀਡਨ ਰੋਡ ਜਾਣਾ ਚਾਹੀਦਾ। बीडर रोड ਦਾ ਰਾਹ ਤੇ ਸਾਰੇ ਦੱਸ ਦਿੰਦੇ ਨੇ, ਪਰ ਕਿਰਾਇਆ ਕੋਈ ਨਹੀਂ ਹੁੰਦੇ। ਮੈਨੂੰ ਤੇ ਮੱਝਾਂ ਦੇ ਬਾੜੇ ਵਾਸਤੇ ਨੌਕਰ ਚਾਹੀਦਾ,
ਜੀ ਆ ਜੀ ਆ ਕੰਪਿਊਟਰ ਕੀਤਾ ਹੀ ਪੁੱਤਰ ਓਏ। ਤੁਸੀਂ ਬੇਫਿਕਰ ਹੋ ਜਾਓ, ਅਗਰ ਤੁਹਾਡੀ ਮੱਝ ਲਾਮਾ ਦਵੇ ਤਾਂ ਮੈਨੂੰ ਦੂਜੇ ਦਿਨ ਹੀ ਕੰਮ ਤੋਂ ਕੱਢ ਦੇਣਾ। ਠੀਕ ਹੈ ਪੁੱਤਰ ਓਏ, ਮੈਨੂੰ ਤੇ ਆਪਣੀਆਂ ਮੱਝਾਂ ਵਾਸਤੇ ਇੱਕ ਸਾਦਾ ਜਿਹਾ ਚਰਵਾਹਾ ਚਾਹੀਦਾ। ਮੈਂ ਕਿਹੜਾ ਕਢਾਈ ਜਾਣਾ ਮੈਂ ਵੀ ਸਾਦਾ ਹੀ। ਜੌਹਰੀ ਸਾਹਿਬ, ਤਨਖਾਹ ਦੀ ਤੇ ਗੱਲ ਹੀ ਨਹੀਂ ਕੀਤੀ ਤੁਸੀਂ। ਓਏ ਕਾਕਾ, ਮੇਰੀ ਧੀ ਨੇ ਸਿਫਾਰਿਸ਼ ਨਾ ਕੀਤੀ ਹੁੰਦੀ जी ਮੈਂ ਤੈਨੂੰ ਕਦੀ ਵੀ ਨਾ ਰੱਖਦਾ। ਫਿਰ ਵੀ ਚੌਧਰੀ ਸਾਹਿਬ ਕੁਝ ਦੱਸੋ ਤਾਂ ਸਹੀ, ਪਰ ਮੱਝ ਕੀ ਦਿਓਗੇ? ਸਿਰਫ ਚਰਾਉਣੀਆਂ ਹੀ ਆ ਜਾਂ ਨਵਾਉਣੀਆਂ ਵੀ ਨੇ? ਨਿਵਾਈਆਂ ਪੁੱਤਰ ਤੇਰੇ ਕੋਲ ਨਹੀਂ ਜਾਣੀਆਂ, ਤੂੰ ਸਿਰਫ ਚਰਾ ਲੈ। ਇਹ ਨਾ ਗੱਲ ਕਰੋ ਚੌਧਰੀ ਸਾਹਿਬ, ਅਸੀਂ ਵੀ ਪਿੱਛੋਂ ਜ਼ਿਮੀਂਦਾਰਾਂ ਦੇ ਬੱਚੇ ਆ। ਤੁਹਾਡੀਆਂ ਮੱਝਾਂ ਦੇ ਸਿੰਘ ਇੰਜ ਚਮਕਦੇ ਹੋਣਗੀਆਂ, ਤੁਹਾਨੂੰ ਵੇਖ ਕੇ ਸ਼ਰਮਿੰਦਗੀ ਹੋਏਗੀ। ਲੈ ਜਵਾਨਾ, ਕੱਲ ਸਵੇਰੇ ਕੰਮ ਤੇ ਆ ਜੀ, ਮੱਝਾਂ ਤੇਰਾ ਇੰਤਜ਼ਾਰ ਕਰ ਰਹੀਆਂ ਹੋਣਗੀਆਂ। ਕਿੰਨੇ ਵਜੇ ਦਾ ਟਾਈਮ ਦੇ ਦਿਆਂ ਮੱਝਾਂ ਨੂੰ? ਜਿਹੜਾ ਮਰਜ਼ੀ ਟਾਈਮ ਦੇ ਦਿਓ ਚੌਧਰੀ ਸਾਹਿਬ, ਮੇਰਾ ਤੇ ਹੁਣ ਮਰਨਾ ਜੀਣਾ ਹੀ ਇੱਥੇ ਹੈ। ਲੇਕਿਨ ਮੱਝਾਂ ਨੂੰ ਇਹ ਸਮਝਾ ਦੇਣਾ, ਨਵਾਂ ਬੰਦਾ ਹੈ, ਉਹਦੇ ਮੂੰਹ ਤੇ ਪੂਛਲ ਨਾ ਮਾਰਨ। ਜਾ ਜਵਾਨਾ, ਸਵੇਰੇ 8:30 ਵਜੇ ਤੂੰ ਸਾਡੇ ਡੇਰੇ ਤੇ ਹੋਵੇਂ। ਅੱਲਾ ਭਲਾ ਕਰੇ, ਜਿੱਥੇ ਮੈਂ ਪਹਿਲੇ ਕੰਮ ਕੀਤਾ ਸੀ ਉਹ ਤਾਂ ਮੈਨੂੰ 6 ਵਜੇ ਉਠਾ ਲੈਂਦੇ ਸਨ। ਓਏ ਸ਼ੁਕਰ ਕਰ ਜਵਾਨਾ, ਸਾਡੇ ਚੌਧਰੀ ਸਾਹਿਬ ਨੇ ਤੈਨੂੰ ਕੰਮ ਤੇ ਰੱਖ ਲਿਆ ਈ। ਤੇ ਤੂੰ ਜਿਹੜੇ ਕੰਮ ਲੱਗਾ ਤੈਨੂੰ ਇੱਥੋਂ ਕੱਖ ਨਹੀਂ ਲੱਭਣਾ। ਤੇ ਚੌਧਰੀ ਸਾਹਿਬ ਤੁਹਾਡੀ ਬਾਂਹ ਨਰਮ ਕਰ ਰਿਹਾ, ਇਹਨੇ ਚੂਪਣੀ ਹੈ। ਜਾ ਧੀਏ, ਇਹਨੂੰ ਮੱਝਾਂ ਵਾਲਾ ਵਾੜਾ ਵਿਖਾ ਦੇ। अच्छा वो कामे को नहीं कह रहा। वो काम कर रहा है ना? ओह, ਆ ਜਾ ਰਾਂਝੇ। ਓ ਭਈਆ, ਓਏ ਮੁੰਡਾ ਕੌਣ ਸੀ? ਓਏ ਨਵਾਂ ਕਾਮਾ ਰੱਖਿਆ। ਓ ਭਈਆ, ਓਏ ਉਹਦਾ ਕੋਈ ਅੱਗੇ ਪਿੱਛੇ ਦਾ ਪਤਾ? ਉਹ ਕੋਈ ਰੈਫਰੈਂਸ ਵੀ ਲਿਆ ਕਿ ਨਹੀਂ? ਉਹਦਾ ਓਰੀਜਨਲ ਸ਼ਨਾਖਤੀ ਕਾਰਡ ਮੈਂ ਰੱਖਿਆ। ਓ ਭਈਆ, ਉਹ ਕੋਈ ਅਕਲ ਨੂੰ ਹੱਥ ਮਾਰ। ਉਹ ਕਾਮੇ ਇਹੋ ਜਿਹੇ ਹੁੰਦੇ ਨੇ, ਹੱਥ ਵਿੱਚ ਵੰਜਲੀ ਗਲ ਵਿੱਚ ਗਾਨੀ। ਉਹ ਇਦਾਂ ਦੇ ਮੁੰਡੇ ਤੇ ਅੱਖ 'ਚੋਂ ਸੁਰਮਾ ਕੱਢ ਲੈਂਦੇ ਨੇ, ਤੇ ਕੁੜੀ ਕੱਢਣੀ ਕਿਹੜੀ ਔਖੀ ਗੱਲ ਏ ਇਹਨਾਂ ਲਈ। ਓਏ ਆ ਬਕ ਬੰਦ ਕਰੋ ਕਹਿ ਦੋ। ਉਹ ਮੇਰੀ ਤੇ ਬਕ ਭਾਈਆ ਬੰਦ ਕਰਾ ਦੇਗਾ, ਤੇ ਜੇ ਪਿੰਡ 'ਚ ਕੋਈ ਨਵਾਂ ਚੰਨ ਚੜ ਗਿਆ ਤੇ ਤੇਰਾ ਮੂੰਹ ਕਾਲਾ ਹੋ ਜਾਣਾ ਈ। ਉਹ ਮੇਰਾ ਤੇ ਪਦੈਸ਼ੀ ਆ। अच्छा ये कैदो साहब है। जी हाँ, ये हैं उसके चचा। अच्छा, वैसे हमारे खिते के मसाइल शुरू दिन से यही हैं, लोग एक दूसरे के कामों में इंटरफेयर ही करते चले आ रहे हैं। जी अपना चेहरा नहीं देखते और दूसरों का आईना बनने की कोशिश करते। ਓਏ ਤੇ ਗੱਲ ਤੇਰੀ ਠੀਕ ਹੈ ਜਵਾਨਾ। जी ਭਰਾ ਤੇ ਮੇਰਾ ਹੈ, जी ਪਰ ਇਹ ਨਸ਼ਿਆਂ 'ਚ ਪੈ ਕੇ ओहो ਤੇ ਭੰਗੀ ਜਿਹਾ ਬਣ ਕੇ ਇਹਨੇ ਆਪਣੇ ਆਪ ਨੂੰ ਬਰਬਾਦ ਕਰ ਲਿਆ। ਉਹ ਭੰਗੀ ਮੈਂ ਨਹੀਂ ਭਰਾਵਾ, ਤੂੰ ਆ। ਨਹੀਂ, ਤੂੰ ਤੇ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ ਹੈ। ਉਹ ਘਰ 'ਚ ਕਾਮਾਂ ਰੱਖਣ ਵਾਸਤੇ ਕਮ ਸੇ ਕਮ ਉਹਦਾ ਆਡੀਸ਼ਨ ਤੇ ਪਹਿਲੇ ਲੈ ਲੈਂਦਾ। ਨਹੀਂ, ਵੰਜਲੀ ਠੀਕ ਵਜਾਂਦਾ ਹੈ, ਉਹ ਗਾਉਂਦਾ ਵੀ ਠੀਕ ਹੋਏਗਾ। ਥੋੜਾ ਜਿਹਾ ਪਤਾ ਕਰ ਲੈਣਾ ਸੀ, ਤੀਸਰੇ ਸੁਰ ਤੋਂ ਵੀ ਉੱਤੇ ਜਾਂਦਾ ਹੈ ਕਿ ਨਹੀਂ। ਜਿੱਡਾ ਉਹ ਬਰੀਕ ਜਿਹਾ ਹੈ, ਉਹ ਮੈਨੂੰ ਲੱਗਦਾ ਚੌਥਾ ਕਾਲਾ ਵੀ ਟੱਪ ਜਾਂਦਾ। ਪਰ ਹਲ ਭਰਾਵਾ, ਮੈਨੂੰ ਤੇਰੇ ਇਸ ਕੰਮ ਨਾਲ ਇਖਤਲਾਫ ਹੀ, ਤੇ ਸਿੱਧਾ ਬੇਲੇ ਦੇ ਵਿੱਚ ਉਹਨੂੰ ਐਡਮਨ ਅਫਸਰ ਹੀ ਰੱਖ ਲੈ। ਅਗਰ ਉਹਦੀ ਕਾਰਕਰਦਗੀ ਅੱਛੀ ਹੋਈ ਕਹਿ ਦੋ, ਤੇ ਮੈਂ ਤੇ ਉਹਦੀ ਪ੍ਰਮੋਸ਼ਨ ਦਾ ਵੀ ਸੋਚਿਆ। ਓ ਭਾਈਆ, ਤੂੰ ਭਾਵੇਂ ਅੱਖਾਂ ਬੰਦ ਕਰ ਲੈ, ਮੈਂ ਆਪਣੀਆਂ ਅੱਖਾਂ ਬੰਦ ਨਹੀਂ ਹੋ ਕਰਨੀਆਂ। ਮੈਂ ਇਸ ਕਾਮੇ ਦਾ ਆਡਿਟ ਜ਼ਰੂਰ ਕਰਾਂਗਾ। ਕਹਿ ਦੋ ਅੱਜ ਤੇ ਡਰੈਸਿੰਗ ਤੋਂ ਵੀ ਤੂੰ ਆਡਿਟ ਆਫੀਸਰ ਹੀ ਲੱਗ ਰਿਹਾ। ਅਗਲੇ ਦਿਨ ਹੀ ਰਾਂਝਾ ਸੂਟਡ ਬੂਟਡ ਹੋ ਕੇ ਆਪਣੀ ਜੌਬ ਤੇ ਆ ਗਿਆ, ਤੇ ਪਹਿਲੇ ਦਿਨ ਹੀ ਆਪਣੇ ਸਟਾਫ ਦੇ ਨਾਲ ਕੁੱਲ ਮਿਲ ਗਿਆ। ਰਾਂਝੇ ਮੱਝੀਆਂ ਚਰਾਈਆਂ, ਡੋਲੀ ਲੈ ਗਏ ਨੇ ਖੇੜ ਵੇ, ਲੱਗ ਗਏ ਨੈਣ ਅਵੇੜ। पर ये तो बकरियां हैं। ਓਏ ਰਜ਼ਾ, ਕਿੱਥੇ ਜਾ ਰਹੀ ਹੈ ਤੂੰ? ਇਧਰ ਆ। यार क्या नाम रखे हुए तुमने? ਇਹ ਇਰਜ਼ਾ ਵੱਡੀ ਹੋ ਕੇ ਕੋ ਹੋਸਟ ਬਣੇਗੀ। ਇਹ ਮਲਾਇਕਾ, ਇਹ ਰਾਜਾ ਨਲਾਇਕਾ। ਇਧਰ यार बात सुनो, तुमने ਆਵੇ तो ਆਵੇ ਆਵੇ। ਆਕਾਸ਼ਾ ਕੀ ਕਰਨ ਦਈ? यार तुमने तो भैंसे चरानी थी। ਪੈਸਾ ਤੇ ਮੈਂ ਚੁਰਾ ਲਈਆਂ ਨੇ। जी ਇਹ ਮੈਂ ਪਿੰਡ 'ਚ ਬੱਕਰੀਆਂ ਦਾ ਹੋਰ ਥੋੜਾ ਜਿਹਾ ਕੰਮ ਫੜਿਆ। वो क्यों? ਤੁਹਾਨੂੰ ਪਤਾ ਹੈ ਮਹਿੰਗਾਈ ਬੜੀ ਹੈ ਰੂਨ ਸਾਹਿਬ जी ਇੱਕ ਜੌਬ ਨਾਲ ਕੁਛ ਨਹੀਂ ਹੋ ਪਾਉਂਦਾ। ਚੌਧਰੀ ਚੂਚਕ ਜਿੰਨੀ ਕਿ ਮੈਨੂੰ ਤਨਖਾਹ ਦਿੰਦਾ ਹੈ, ਉਹਦੇ 'ਚੋਂ ਤਾਂ ਰੋਟੀ ਨਹੀਂ ਪੂਰੀ ਹੁੰਦੀ। ਇਹ ਤੇ ਸਿਰਫ ਮੈਂ ਹੀਰ ਦੀ ਖਾਤਰ ਇੰਨੀਆਂ ਮੱਝਾਂ ਸਾਂਭੀਆਂ ਨੇ ਜੀ। ਇਹ ਬੱਕਰੀਆਂ 'ਚ ਮੈਨੂੰ 4 ਪੈਸੇ ਲੱਭ ਜਾਂਦੇ। अच्छा ਮੈਂ ਚੂਚਕ ਨਾਲ ਜ਼ਿਆਦਾ ਬਹਿਸ ਵੀ ਨਹੀਂ ਕਰ ਸਕਦਾ। जी ਮੈਨੂੰ ਉੱਥੋਂ ਕੱਢ ਹੀ ਨਾ ਦੇਵੇ। वाकई सही बात। आ गया भी जवार की हाल आया भी जवाना। ਸਲਾਮ ਚੌਰ ਸਾਹਿਬ। वालेकुम सलाम। कौन है जवाना भी तेन पिंड च पहले नहीं वेख्या, कोई नवा आया लगदा। ओए नवे कपड़े पा के नवा लग रहा मैनू ते।
ਤੁਸੀਂ ਨਵੇਂ ਪਾ ਕੇ ਵੀ ਨਵੇਂ ਨਹੀਂ ਲੱਗਣ ਦੇ। ਚੂਚਕ ਦੇ ਬੇਲੇ ਕੀ ਕਰਨਾ ਪਿਆ ਜਵਾਨਾ ਤੂੰ? ਮੈਂ ਹੀਰ ਦਾ ਨੌਕਰ ਆ ਜੀ। ਅੱਛਾ ਵੀ ਜਵਾਨਾ, ਕਿਹੜਾ ਪਿੰਡ ਤੇਰਾ ਪਿੱਛੋਂ? ਉਹ ਜਿਹੜੀ ਨੌਕਰੀ ਕਰਨਾ ਆ 2-4 ਦਿਨ ਨੌਕਰੀ ਕਰ ਤੇ ਸਾਡੇ ਪਿੰਡੋਂ ਨਿਕਲਣ ਵਾਲੀ ਗੱਲ ਕਰ ਓਏ। ਸ਼ਹਿਰ ਦਾ ਪਿੰਡ ਸਾਰੇ ਹੁੰਦਾ। ਹਾਂ ਜਵਾਨਾ, ਮੈਂ ਪਿੱਛੋਂ ਤਖਤ ਹਜ਼ਾਰੇ ਦਾ ਚੌਰ ਸਾਹਿਬ। ਤੇ ਨਾਲੇ ਤੇਰੀ ਉਮਰ ਕੀ ਹੈ ਜਵਾਨਾ? 24 ਸਾਲ। 24 ਸਾਲ। ਓਏ ਉਮਰ ਕਸੀਦਾ ਹੀ ਲੱਗਦਾ। ਇਸ ਤੋਂ ਪਹਿਲੇ ਕਿੱਥੇ ਨੌਕਰੀ ਕੀਤੀ ਜਵਾਨਾ ਤੂੰ? ਮੈਂ ਤੇ ਕਦੀ ਟੀਲਾ ਤੋੜ ਕੇ ਦੂਰਾ ਨਹੀਂ ਕੀਤਾ। ਹਲਾ ਤੇਰੇ ਕੋ ਹੋਣਾ ਵੀ ਨਹੀਂ। ਪਿੰਡ ਦੇ ਵਿੱਚ ਪਾਣੀ ਪੂਣੀ ਤੇ ਆਉਂਦਾ ਹੈ ਨਾ? ਹਾਂ ਪਾਣੀ ਆਉਂਦਾ ਭਲਾ। ਤੇ ਤੁਸੀਂ ਕਿਉਂ ਨਹੀਂ ਨਹਾਉਂਦੇ ਦੋਵੇਂ? ਉਹ ਵੀ ਤੇ ਤੁਹਾਡਾ ਹੀ ਭਰਾ ਹੈ। ਕੀ ਹੋ ਗਿਆ ਜਵਾਨਾ? ਇਹ ਖਰੇ ਕੌਣ? ਇਹਨਾਂ ਦਾ ਖਾਨਦਾਨ ਲਹਿਦਾ, ਮੇਰਾ ਖਾਨਦਾਨ ਲਹਿਦਾ। ਓਏ ਮੈਂ ਚੂਚਕ ਦਾ ਸਾਲਾ ਵਾਂ। ਇਹ ਚੂਚਕ ਦਾ ਸਾਲਾ ਏ ਤੇ ਮੈਂ ਚੂਚਕ ਦਾ ਹਮਜ਼ੁਲਫ ਹਾਂ। ਤੇ ਮੈਂ ਵੀ ਉਹਦਾ ਹਮਜ਼ੁਲਫ ਹਾਂ ਜਵਾਨਾ। ਲੈ ਵੀ ਇਸ ਹਿਸਾਬ ਨਾਲ ਤੇ ਪੂਰੇ ਪਿੰਡ ਦਾ ਹੀ ਤੂੰ ਸਾਲਾ ਲੱਗਦਾ। इस गांव में लगता है सिर्फ चूचक की फैमिली रहती है। चूचक और उसके हमजुल्फ रहते हैं। एक साला है। 15-20 ਘਰ ਨੇ, ਕਿੰਨੇ ਦਾ ਸਾਲਾ ਹੋ ਸਕਦਾ ਮੈਂ? ਬਸ ਇਰਜਾ, जी ਜਿੱਥੇ ਅੱਛੇ ਰਿਸ਼ਤੇ ਮਿਲੇ ਮੈਂ ਨਾ ਨਹੀਂ ਕੀਤੀ। ਤੇ ਭਾ ਚੂਚਕ ਨੂੰ ਕੋਈ ਮੈਨੂੰ ਵੀ ਨਾ ਕਰੇ। ਲਓ ਮੈਂ ਤੁਹਾਨੂੰ ਆਪਣਾ ਫਨ ਵਿਖਾਉਣਾ ਵਾ। ਕਿਹੜਾ? ਮੇਰਾ ਖਿਆਲ ਹੈ ਕਿ ਤੁਸੀਂ ਮੇਰੇ ਦੋਸਤ ਬਣ ਗਏ ਹੋ। ਹੁਣ ਤੁਹਾਡੇ ਕੋਲੋਂ ਕੋਈ ਚੀਜ਼ ਲੁਕਾਉਣੀ ਨਹੀਂ ਚਾਹੀਦੀ। ਬੰਜਲੀ ਵਜਾਣ ਲੱਗਾ? ਹਾਂ। ਬਾਲਾਂ ਤੋਂ ਤੇ ਮੈਨੂੰ ਲੱਗਾ ਸੀ ਤੂੰ ਢੋਲ ਵਜਾਏਗਾ। ਤੇ ਕੋਈ ਅੱਛਾ ਜਿਹਾ ਗਾਣਾ ਸੁਣਾਈ ਜਵਾਨਾ, ਅੱਜ ਮੈਨੂੰ ਵੀ ਪੈਸੇ ਮਿਲੇ ਹੋਏ ਨੇ। ਵਾਹ ਜਵਾਨਾ, ਵੰਜਦੀ ਸੁਣਾ ਕੇ ਤੇ ਸਾਡੀ ਰੂਹ ਕੱਢ ਲਈ। ਹੁਣ ਨਾ ਕਰੀ। ਓਏ ਬਸ਼ਰਮੋ, ਉਹ ਬੇਲੇ ਤੇ ਕਿਹਦੀ ਇਜਾਜ਼ਤ ਨਾਲ ਕਨਸਰਟ ਰੱਖਿਆ ਜੇ? कौन सा कॉन्सर्ट? ਇਹ ਰਾਂਝਾ ਵੰਜਲੀ ਵਜਾ ਰਿਹਾ ਤੇ ਇਹ ਸਾਰੀ ਆਡੀਅנס ਬਣੀ ਹੈ। ਇਹ ਕੌਣ ਹੈ ਬਗੈਰ ਢੋਲ ਤੋਂ ਧਮਾਲ ਪਾਉਣ ਵਾਲਾ? ਓਏ ਕਾਮਿਆ, ਮੱਝਾਂ ਚਰਾ ਕੇ ਤੇ ਇੱਥੋਂ ਫੁੱਟਣ ਵਾਲੀ ਗੱਲ ਕਰ। ਓਏ ਮੈਂ ਤੇਰਾ ਪਿੰਡ ਵਿੱਚ ਜੀਣਾ ਹਰਾਮ ਕਰ ਦਿਆਂਗਾ। ਚਾਚਾ ਕਹਿ ਦੋ ਪਰਾਂ ਹੋ ਕੇ ਖਲੋ, ਜੀਣਾ ਤੇ ਤੂੰ ਮੇਰਾ ਹਰਾਮ ਕੀਤਾ ਹੈ। ਓਏ ਜਿਸ ਤਰ੍ਹਾਂ वो भी है, वो पीछे वो भी है। ਜਿਸ ਤਰ੍ਹਾਂ ਮੈਂ ਖਲੋਤਾ ਮੇਰੀ ਤੇ ਡੈਥ ਹੋ ਜਾਣੀ ਚਾਹੀਦੀ। ਇਸ ਪਿੰਡ 'ਚ ਤੇ ਜਿਹਨੂੰ ਸੁੰਘੋ ਉਹ ਹੀ ਕਹਿ ਦੋ। ਫਿਰ ਮੇਰਾ ਹੌਸਲਾ ਵੇਖ ਓਏ, ਮੈਂ ਇਹਨਾਂ ਦੋਵਾਂ ਨਾਲ 20 ਸਾਲ ਕੱਢੇ ਨੇ। ਮੇਰਾ ਖਿਆਲ ਹੈ ਇਹਨਾਂ ਦੀ ਸਮੈਲ ਤੈਨੂੰ ਰਾਸ ਆ ਗਈ ਹੈ। ਚਾਚਾ ਕਹਿ ਦੋ ਮੈਂ ਤੈਨੂੰ ਆਖਦੀ ਪਈਆਂ ਬੇਲੇ 'ਚ ਜਾ, ਕੰਮ ਕਰ ਆਪਣਾ ਜਾ ਕੇ। ਓਏ ਮੈਂ ਕਿਸ ਤਰ੍ਹਾਂ ਚਲੇ ਜਾਵਾਂ? ਉਹ ਜਿਸ ਤਰ੍ਹਾਂ ਆਇਆ ਸੀ ਹੋਰ ਕਿੱਦਾਂ? ਪਿਓ ਤੇ ਤੇਰਾ ਚੰਗਾ ਪੜਾ ਹੈ, ਲੱਗਦਾ ਇਹਨੇ ਪੋਲੀਓ ਦੇ ਕਤਰੇ ਨਹੀਂ ਪੀਤੇ। ਇਹ ਫਟਕੀ ਜੋਗਾ ਭੰਗ ਪੀਂਦਾ ਹੈ। ਉਹ ਕੌਫੀ ਨਾ ਮਿਲੇ ਤੇ ਭੰਗ ਵੀ ਨਾ ਪੀਵਾਂ। ਜਾ ਚਾਚਾ, ਐਵੇਂ ਸ਼ੱਕ ਕਰਦਾ ਰਹਿਣਾ। ਹੀਰੇ ਇਹਦੀ ਲੱਤ ਨੂੰ ਕੀ ਹੋਇਆ? ਇਹ ਹਰ ਕੰਮ 'ਚ ਲੱਤ ਅੜਾਉਂਦਾ ਸੀ, ਉਹਨਾਂ ਨੇ ਤੋੜ ਦਿੱਤੀ। ਓਏ ਚਾਚਾ ਆਪਣੀ ਟੁੱਟੀ ਲੱਤ ਲੈ ਕੇ ਤੇ ਇੱਥੋਂ ਨਿਕਲ ਜਾ। ਮੈਨੂੰ ਕੰਮ ਆ, ਹੀਰ ਦੇ ਪਿਓ ਨੇ ਰੱਖਿਆ, ਤੂੰ ਨਹੀਂ। ਔਰ ਰੱਖਿਆ ਤੇ ਇਹਦਾ ਇਹ ਮਤਲਬ ਨਹੀਂ ਕਿ ਤੂੰ ਇੱਥੇ ਚਮਾ ਚੌਕੜੀ ਲਾ ਕੇ ਬੈਠਾ ਰਹੇ। ਚਲੋ ਨਹੀਂ ਹੀਰੇ, ਚਲੋ ਘਰ। ਹੀਰੇ ਮੈਂ ਮੱਝਾਂ ਨਵਾ ਕੇ ਚੋ ਕੇ ਤੇ ਦੁੱਧ ਘਰ ਛੱਡ ਆਇਆ ਵਾਂ, ਲੇਕਿਨ ਹੁਣ ਤੇ ਮੇਰੇ ਢਿੱਡ 'ਚ ਚੂਹੇ ਨੱਚੜਦੇ ਨੇ। ਕੁਝ ਖਾਣ ਲਈ ਲਿਆਈ ਹੈ? ਰਾਂਝਾ ਤੂੰ ਸ਼ੌਕ ਨਾਲ ਕੀ ਖਾਣਾ ਹੈ? ਇਹ ਕੁੜੀਏ ਮੈਨੂੰ ਨਹੀਂ ਉਹ ਪੁੱਛਿਆ ਕਦੀ, ਤੇ ਉਹਨੂੰ ਪੁੱਛੀ ਜਾਨੀ। ਚਾਚਾ ਆਪਣੀ ਸ਼ਕਲ ਵੇਖੀ ਕਦੇ? ਚਾਚਾ ਤੂੰ ਤੇ ਸਾਰੇ ਪਿੰਡ ਦੀ ਖੇ ਖਾਨਾ ਹੈ। ਹੀਰੇ ਤੈਨੂੰ ਪਤਾ ਹੈ ਸਟੋਰੀ ਦੇ ਮੁਤਾਬਕ ਤੇ ਰਾਂਝਾ ਚੂਰੀ ਖਾਂਦਾ ਸੀ। स्टोरी के ਉਹ ਸਿਹਤ ਦੇ ਮੁਤਾਬਕ ਤੇਰਾ ਬੰਦਾ ਨਹੀਂ ਕਿ ਤੂੰ ਚੂਰੀ ਖਾਂਦਾ ਹੋਵੇਂਗਾ। ਮੈਨੂੰ ਅੱਜ ਕੱਲ ਦੇ ਦੌਰ ਦੇ ਹਿਸਾਬ ਨਾਲ 버ਗਰ ਖਵਾ ਦੇ, ਕੋਈ ਪੀਜ਼ਾ ਖਵਾ ਦੇ। ਕਿਹੜਾ ਫਲੇਵਰ ਖਾਏਗਾ? ਮੈਂ ਖਾਵਾਂਗਾ ਟਮਾਟੋ ਤੇ ਚੀਜ਼, ਵਿੱਚ ਹੋਰ ਕੋਈ ਚੀਜ਼ ਨਾ ਹੋਵੇ। एक गल जेन च रखी, पिज़्ज़ा ना थिन क्रस्ट होवे। ਪੀਜ਼ਾ थिन क्रस्ट, वाह जी वाह। ਤੇ ਬਾਜ਼ਾਰੋਂ ਨਾ ਲਿਆਈ, ਫੇਰ ਕਿੱਥੋਂ? ਆਪਣੇ ਹੱਥਾਂ ਨਾਲ ਬਣਾ ਕੇ ਲਿਆਈ, ਕਿਉਂਕਿ ਬਾਜ਼ਾਰ ਦਾ ਪੀਜ਼ਾ ਮੈਨੂੰ ਪਚਦਾ ਨਹੀਂ। ਤੈਨੂੰ ਤੇ ਲੱਗਦਾ ਤੈਨੂੰ ਮੇਰੇ ਹੱਥਾਂ ਦਾ ਵੀ ਨਹੀਂ ਪਚਣਾ। 4 ਪੀਸ ਬਣਾ ਕੇ ਲਿਆਈ। क्यों? 8 ਪੀਸ ਮੇਰੇ ਕੋ ਖਾਦੇ ਨਹੀਂ ਜਾਂਦੇ। ਓਏ ਪੀਸ ਤੇ ਤੇਰੇ ਮੈਂ ਕਰਾਂਗਾ, ਤੇ ਚੂਚਕ ਨਾ ਵੀ ਅੱਜ ਹੀ ਗੱਲ ਕਰਾਂਗਾ। ਓਏ ਆਪਣਾ ਟੁੱਟਾ ਲੈਗ ਪੀਸ ਲੈ ਕੇ ਤੇ ਨਿਕਲ ਜਾ ਇੱਥੇ। ਉਹ ਮੂੰਹ ਸੰਭਾਲ ਕੇ ਗੱਲ ਕਰ। ਓਏ ਤੈਨੂੰ ਮੈਂ ਦੌਰੀ 'ਚ ਰੱਖ ਕੇ ਰਗੜਨਾ ਗਿਆ ਤੇ ਫੇਰ ਆਖੀ। ਓਏ ਤੂੰ ਰਗੜ ਤੇ ਲਏਗਾ, ਲੇਕਿਨ ਰਾਂਝੇ ਨੂੰ ਪੁੰਨਾ ਬੜਾ ਮੁਸ਼ਕਿਲ ਹੈ। नाजरीन वक्त तो एक छोटे से ब्रेक का, कहीं मत जाएगा, भी मिलते हैं ब्रेक के बाद। ਇੱਕ क्लोज दे दे इधर कैमरे वाल मुंह करके। इस पूरे सेगमेंट में जितना आगा माजिद ने दबवाया ना उससे, बिल्कुल
ਇਹਦੇ ਕੋਲੋਂ जी ਖੁਦਾ ਦੀ ਕਸਮ ਹੈ ਉਹ ਰੱਜ ਕੇ ਮਾਇਮ ਕਰ ਰਿਹਾ ਹੈ। वेलकम बैक नाजरीन। नाजरीन ब्रेक में हमें ज्वाइन किया है टाइम मशीन वाली खातून ने और इस बार अल्फ्रेड नोबेल को बुलाया उन्होंने। आइए उनसे बात करते हैं क्यों बुलाया अल्फ्रेड नोबेल को। अस्सलाम वालेकुम जी। वालेकुम सलाम। हाय हारून। अल्लाह का शुक्र भाईजान बिल्कुल ठीक ठाक। उससे सॉरी नहीं मुझे सॉरी आवाज से मुझे धोखा हुआ सॉरी। अच्छा नोबेल आप कैसे हैं? ठीक हैं आप? ਬਹੁਤ ਵਧੀਆ ਜੀ। अच्छा। बड़ा अच्छा लगा इस दुनिया च आके। अच्छा ਜੀ ਇਹਨਾਂ ਦਾ ਤਫੈਲ नहीं अल्फ्रेड नोबेल ਰਹਿਸ਼ ਇਹਨਾਂ ਦੀ ਕਿਤੇ ਅੰਮ੍ਰਿਤਸਰ ਵਾਲੀ ਸਾਈਡ ਤੇ। क्यों? ਕੀ ਹਾਲ ਹੈ ਜੀ? ਬਹੁਤ ਵਧੀਆ ਜੀ ਭਾਜੀ। अच्छा ਇਹ ਟਾਈਮ ਮਸ਼ੀਨ ਚ ਪਾ ਕੇ ਲਿਆਈ ਹੈ ਨਾ ਮੈਨੂੰ। जी 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 ਸੁੱਟਦੀ ਮੈਨੂੰ ਫੈਸਲਾਬਾਦ ਹੀ ਹੈ। ਐਤਕੀ ਮੈਨੂੰ ਮੰਡੀ ਕੁਆਟਰ ਸੁੱਟਿਆ ਇਹਨੇ। मंडी क्वार्टर। अच्छा ਕੁਆਲਾਂ ਨੇ ਮੈਨੂੰ ਉਹ ਜੁਗਤਾਂ ਕੀਤੀਆਂ, अच्छा फिर आपने क्या किया? ਮੈਂ ਉਹਨਾਂ ਨੂੰ ਕੀਤੀਆਂ। वैसे एक बात है जी अल्फ्रेड नोबेल को बड़ी शानदार जुगतें आती थी। अच्छा यानी वो भी चारी था। लेकिन एक बात तो साबित हो चुकी है एंड दैट इज कि जितने भी इंटेलिजेंट लोग होते हैं उनका सेंस ऑफ ह्यूमर बहुत कमाल होता है। बहुत कमाल होता लेकिन इनका डार्क भी था। ਇਹਦਾ ਮਤਲਬ ਹੈ ਮੇਰਾ ਵੀ ਠੀਕ ਹੈ ਸੈਂਸ ਆਫ ਹਿਊਮਰ। अच्छा मैंने ह्यूमर डार्क का है। अच्छा मेरा ख्याल है ਅਸੀਂ ਚੱਲਦੇ ਆਂ ਅੱਜ तो आप ही काफी कर रहे हैं। अच्छा ये कहा करते थे कि मेरा घर वहां है जहां मैं काम करता हूं और मैं जहां भी जाता हूं सिर्फ काम करता हूं। पर हारून मुझे तो समझ नहीं आ रही कि ये क्यों आया है, क्योंकि मैंने तो बनवानी है 50। क्या? पटास 50। आप मुझे कहती मैं आपको बना देता। मैं इतनी अच्छी फ्रूट पटास बनाता हूँ। क्या होती है? 50। मस्त। अब मैं कह रहा हूँ कि आप मुझसे ना 100 पटैस लेके तो खत्म करें इस बात को। ਪਟੈਸ ਕੀ ਹੁੰਦਾ ਵੇ? ਉਹ ਯਾਰ ਜਿਹੜੀਆਂ ਸੀਖਾਂ 'ਚ ਨਹੀਂ ਲਾਈਦੀ ਕਲੇਜੀ ਪੋਟੈਸ। नहीं नहीं वो नहीं यार। ਲੱਗਦਾ ਤੂੰ ਨਾ ਪੜਿਆ ਹੁੰਦਾ, ਅਸੀਂ ਦਲੀਲ ਹੋ ਗਏ ਸਾਰੇ। हारून वो जो रैकले में डाल के नहीं बजाते। यार वो अच्छा पटास। ਇਹ ਮੈਨੂੰ ਇਸ ਲਈ ਲਿਆਈ ਆ ਕਿ ਕਹਿੰਦੀ ਤੂੰ ਪਟਾਸ ਬਣਾਉਣਾ। इन्होंने पटास नहीं बनाई थी, इन्होंने डायनामाइट बनाया था। बट इन खातून का पटास से क्या ताल्लुक है? आपने क्या करना मुझे लगता है इस बच्चे की जिंदगी में खुशियां नहीं है। वो कैसे? खुशियां होती हैं तो हम पटाखास चलाते हैं, हम फुलझड़ियां चलाते हैं। जी जी माची बम, जी माचिस बम। पेड़, चिचड़, सारा कुछ चलाते हैं हम। ਆ ਸਿੰਧ ਦੇ ਵਿੱਚ ਮੇਰਾ ਬਹੁਤ ਸਮਾਨ ਵਿਕਿਆ ਹੈ। क्यों? ਦੀਵਾਲੀ ਸੀਗੀ। हाँ हाँ दिवाली में यार आपका सामान नहीं बिका भाई। हाँ भाई आपने डायनामाइट बनाया था जिससे पहाड़ पत्थर फाड़ते हैं। ਉਹ ਤਾਂ ਮੈਂ ਤਾਂ ਸਰੁੰਗਾ ਬਣਾਉਂਦੇ, ਰਸਤੇ ਬਣਦੇ ਉਹਦੇ ਨਾਲ, ਜੀ। ਬਿਲਡਿੰਗਾਂ ਇੰਜ ਡਮ ਡਮ ਥੱਲੇ ਆ ਜਾਂਦੀਆਂ। कैसे? ਡਮ ਥੱਲੇ ਆ ਇੱਧਰ ਉੱਧਰ ਹੁੰਦੀ ਹੀ ਨਹੀਂ। जी 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 बिल्कुल। ਤਾਂ ਇਹ ਮੈਨੂੰ 8 ਦਿਨ ਦਾ ਮੈਨੂੰ ਘੁਮਾਈ ਜਾ ਰਹੀ ਆ। ਕਿਆ ਕਹਿੰਦੀ? ਕਹਿੰਦੀ ਮੈਨੂੰ ਸੇਬੇ ਵਾਲਾ ਬੰਬ ਬਣਾ ਕੇ ਦੇ। ਮੈਂ ਕਿਹਾ ਮੈਂ ਸ਼ਬਾਜ਼ ਪਟਾਕਿਆਂ ਵਾਲਾ ਨਹੀਂ, ਮੇਰਾ ਨਾਂ ਤਾਂ ਐਲਫਰਡ ਨੋਬਲਸ ਆ। जी जी ਤਾਂ ਮੈਂ ਤੈਨੂੰ ਕਿੱਥੋਂ ਪਟਾਕੇ ਬਣਾ ਦੇ। ਇੱਕ ਦੋ ਮੈਂ ਇਹਨੂੰ ਬਣਾ ਕੇ ਵੀ ਦਿੱਤੇ ਚੂਹਾ। अच्छा ਇਹਨੇ ਮੇਰੇ ਕੋਲ ਹੀ ਰੱਖ ਕੇ ਤੇ ਮੇਰੇ ਇੱਥੇ ਚੜ ਗਿਆ ਜੀ। इनका बैकग्राउंड क्या था? इनका बैकग्राउंड ये था कि इनके जो वालिद और वालिदा थे दोनों इंजीनियर्स थे। अच्छा। वो ब्रिजेस बनाते थे, बिल्डिंग्स बनाते थे, और ये उनको गिराते थे। और ये उनके चौथे बच्चे थे, 8 बच्चे थे उनके। अच्छा। वैसे ये स्वीडिश थे और ये 8 में से यही एक साहब थे जो सबसे आगे निकले। ये 4-5 मुख्तलिफ जबानें जानते थे। ਤੇ 7 ਤੇ ਦਾ ਮਤਲਬ ਫਿਰ ਬਾਕੀ ਦੇ ਪਟੈਸ ਹੀ ਨਿਕਲੇ ਨਾ। यानी अपनी जगह पे वो भी कामयाब रहे, सिर्फ 4 ही तो बचे थे, 4 adults लेकिन को- नाम इन्होंने नहीं कमाया सिर्फ क्योंकि वो जो बाकी थे ना वो रिस्क एवर्स थे। ਉਹ ਕੀ ਹੁੰਦਾ ਸਰ ਜੀ? ये कॉन्सेप्ट है, जो रिस्क एवर्जन होती है ना वो आपको पीछे लेके जाती है। जब तक आप रिस्क नहीं लेते आप आगे नहीं जाते। ये रिस्क टेकर थे। इन्होंने उन चीजों पर काम किया जो धमाकादार थी, जिनसे मसाइल भी हुए। इनकी फैक्ट्री में एक दफा धमाका हो गया, उस धमाके में इनके भाई जो हैं वो जाँ बहक हो गए। तो इन्होंने एक कदम भी पीछे नहीं हटाया, फिर वहीं से आगे बढ़े। तो आज मशहूर कौन है? ये सबसे आगे कौन निकला? अल्फ्रेड नोबेल। क्यों? ये रिस्क टेकर था। ਪਰ ਇਹਦੇ ਤੇ ਬਾਕੀ ਭਰਾ ਇਹਦੇ ਹੱਥੇ ਨਹੀਂ ਚੜੇ। ਇਹਨੇ ਤੇ ਉਹਨਾਂ ਨੂੰ ਵੀ ਕਿਹਾ ਉਹ ਦੇਖਣਾ ਧਮਾਕਾ। और इसकी अपनी मौत कैसे हुई? इसकी अपनी तो तबई मौत हुई। अच्छा। ਮੈਂ ਪਹਿਲੇ ਵੀ ਇੱਕ ਵਾਰੀ ਨਾ ਮੈਨੂੰ ਹੈਮਰੇਜ ਜਿਹਾ ਸੀਗਾ ਨਾ, अच्छा। ਤਾਂ ਮੈਂ 2 ਦਿਨ ਉੱਠਿਆ ਹੀ ਨਹੀਂ। ਲੋਕਾਂ ਨੇ ਮਸ਼ਹੂਰ ਕਰਦਾ ਜੀ ਮਰ ਗਿਆ, ਡੈਥ ਹੋ ਗਈ। ठीक। ਅਖਬਾਰਾਂ 'ਚ ਲਿਖਣਾ ਸ਼ੁਰੂ ਕਰ ਦਿੱਤਾ, ਮੌਤ ਕਾ ਸਦਾਗਰ ਦੁਨੀਆ ਸੇ ਚਲਾ ਗਿਆ। जी हाँ। ਉਹ ਜਦ ਮੈਂ ਅਖਬਾਰ ਪੜ੍ਹੀ ਮੈਂ ਕਹਾ
ਉਹ ਮੇਰੇ ਮਰਨ ਤੋਂ ਬਾਅਦ ਲੋਕੀ ਇਹ ਲਿਖਣਗੇ जी जी बिल्कुल ਫਿਰ ਮੈਂ ਨਾ ਪੀਸਫੁਲ ਨੋਬਲ ਪ੍ਰਾइज ਮੇਰੇ ਨਾਂ ਤਾਂ ਤੁਹਾਨੂੰ ਪਤਾ ਹੀ जी बिल्कुल दुनिया से इनका भाई गया अच्छा लेकिन अखबार में गलत खबर छप गई कि अल्फ्रेड नोबेल चला गया और उसके साथ लिखा गया मौत का सौदागर जहन्नुम में चला गया। कुछ लोगों ने ये लिखा। इन्होंने जब ये देखा तो इन्होंने फैसला किया कि ऐसा नहीं होगा, मैं जब दुनिया से जाऊंगा तो मैं अमन का पैगाम देके जाऊंगा। इनका जो शौक था वो था केमिस्ट्री में, मेडिसिन के अंदर, फिजिक्स, पीस, लिटरेचर। ये शायर भी थे, अच्छा ये किताबें भी लिखते थे। वाह 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 ਇਹਦੇ ਕੋ ਲੈ ਲਾ ਪਟਾਸ ਇਹਨੂੰ ਮੇਰਾ ਸਾਰਾ ਹੀ ਪਤਾ नहीं शायरी भी करते सी जी 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 ते शायरी च की लिखते थी, दिल के टुकड़े टुकड़े करके बम बना के चल दिए। अच्छा नहीं, ये अपनी शायरी किसी को नहीं सुनाते थे। अच्छा। ये किसी को पढ़ाते नहीं थे। एक दो बार इनसे पूछा गया कि आप फिर शायरी करते क्यों हैं? हाँ तो ये कहते थे कि मैं अपनी लैंग्वेज को बेहतर करने के लिए शायरी करता हूँ, अच्छा। किसी को सुनाने के लिए नहीं करता। आजारी बात है सुना के किसी को चंडा खानी ਉਹਦੇ ਨਾਲੋਂ ਆਪ ਬੜੀ अच्छा, लेकिन मुझे ये यकीन है कि ये शायरी इसलिए नहीं करते थे। ये शायरी इसलिए करते थे क्योंकि ये बहुत बहुत अरसा डिप्रेशन का शिकार रहते थे। यकीनन इन्हें भी मेरी तरह मोहब्बत हुई होगी। अच्छा, आपको भी मोहब्बत हुई है? बस क्या बताऊं हारून, किससे? ये भी नहीं बता सकती। ਇਹ ਮੇਰੇ ਕੋ ਬੰਬ ਇਸ ਲਈ ਮਰਦੀ ਇਹਨੇ ਆਪਣੇ ਬੰਦੇ ਦੇ ਪੈਰਾਂ 'ਚ ਚਲਾਉਣਾ अगर इनकी जो शायरी थी वो कहीं पर पब्लिश हुई थी, नहीं, ये नहीं करते थे ना। ਮੈਨੂੰ ਕੀ ਲੋੜ ਆ पर मरने के बाद लोग कर देते हैं। हाँ, पॉस्ट्यूमसली तो हम छाप सकते हैं ना। ਹੁਣ ਛਾਪੀ ਜਾਓ ਜੋ ਮਰਜ਼ੀ, ਇੱਥੇ ਬਹਿ ਕੇ ਵੀ ਤੁਸੀਂ ਛਾਪ ਹੀ ਰਹੇ। अल्फ्रेडो मुझे ये बताइए, अल्फ्रेडो, अल्फ्रेडो ये कोई डिश है? एक फुटबॉलर है। अल्फ्रेडो ही इनका नाम है। अल्फ्रेड नोबेल, अल्फ्रेडो नोबेल, अल्फ्रेड नोबेल। अल्फ्रेडो नोबेल। नहीं भाई नहीं। भाई मैं तो पटास वाला भाई थी। ਮੈਂ ਕਹਿੰਦਾ ਇੱਥੇ ਤੈਂ ਪਟਾਸ ਹੋ ਜਾਣੀ। अच्छा पटास वाला भाई जी वो लगता है घर दे को रेडी लेके लगे। अच्छा मेरी बात सुनो पटास वाले भाई, ਹਾਂਜੀ मेरी बहन की शादी आ रही है तो आपने ना मुझे 10-15 अनार तैयार करके ਉਹ दे। ਮੈਂ ਕਦ ਲਈ ਨਾਰ ਦਾ ਅੱਛਾ ਇਹ ਮੈਨੂੰ ਸਮਝ ਕੇ ਲੱਖੋਂ ਡਰ ਰਹਿੰਦਾ ਉੱਥੇ ਕਿਤੇ ਬਾਰਡਰ ਦੇ ਕੋਲ ਹੀ ਪਟਾਕੇ ਪਟੂਕੇ ਬਣਾਉਂਦਾ। 10-15 अनार बरात ते थोड़े रहणगे। क्यों? भाई जान सर एक एक गिलास नहीं आना बंदे ने। ਆ ਬਿਲਕੁਲ ਸਹੀ ਕਹਿੰਦਾ, ਇਸ ਡਰਮ 'ਚ 2 ਸੋਡਾ ਬਣਾ ਲਾ। मेरी बात सुने, अनारों में 50 नहीं चलती। ਮੇਰੀ ਗੱਲ ਸੁਣ, ਮੈਂ ਉਹ ਭਾਈ ਨਹੀਂ ਪਟਾਕੇ, ਖੁਦਾ ਦੀ ਕਸਮ ਹੈ ਮੈਂ ਉਹ नहीं। ਇਹ ਹਰੂਨ ਸਾਹਿਬ ਇਹ ਸਮਝ ਰਿਹਾ ਕਿ ਮੈਂ ਪੁਰਾਣੀਆਂ ਜੁੱਤੀਆਂ ਤੋਂ ਪਟਾਸ ਵੇਚਦਾ। मेरी बात सुने, डायनामाइट जब चलता है तो पटाखा ही बजता है ना, जी जी। तो फिर पटास ही होती होगी। अच्छा, बात यह है कि इन्होंने डायनामाइट बनाया, लेकिन उससे पहले ही बहुत कामयाब आदमी थे। असली चीज ये थी कि नाइट्रोग्लिसरीन उससे पहले इजाद हो चुकी। सबसे पहले इजाद हुआ गन पाउडर, काले रंग का, वो जो तोप के अंदर भी और बंदूकों में डाल डाल के चलाते थे। ਹਾਂਜੀ ਹਾਂਜੀ ਪਿੱਛੋਂ ਅੱਗ ਲੱਗਦੀ ਸ਼ੁਮ ਭਮ ਆਉ। जी, इनको खैर बहुत पता है। ਉਹ ਦੇਖਿਆ ਧਾਗਾ ਜਿਹਾ ਜਿਹੜਾ जी 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 ਉਹ ਵੀ ਮੈਂ ਬਣਾਇਆ। जी, ये सही कह रहे तो हैं। बैल ने जो पहली बारी वो बंदूक च पा के ते पिछों अग लाई ना, जी जी। आप भी पिछों निकल गया सी। लेकिन ये जो ये वाले बॉम्ब की बात कर रहे हैं वो तो एक डिस्ट्रक्टिव चीज है। जी, डिस्ट्रक्टिव तो बिल्कुल है। असल में तो इनके खानदान ने जितनी दौलत कमाई, जितना पैसा कमाया, वो वॉर में कमाया। उस दौर में रशिया में वॉर थी। फिर ये अमन का पैगाम पहुंचाने में कैसे कामयाब रहे? ये ऐसे कामयाब रहे कि इन्होंने एक वसीयत लिखी जो इनके मरने के बाद सामने आई। वसीयत में इन्होंने आज के दौर के मुताबिक 1702 मिलियन कोरोना जो हैं वो इन्होंने छोड़े, इसलिए कि इन पैसों से अमन के लिए एक अवार्ड स्टार्ट किया जाए। अच्छा, और तमाम ऐसे सब्जेक्ट्स जिनके थ्रू लोगों ने दुनिया के ऊपर अपना मार्क छोड़ा है और लोगों को मिलाने की कोशिश की है बजाय लड़वाने के, उसके लिए उन्हें ये अवार्ड दिया जाए। मुझे इनकी एक बात बड़ी पसंद है, बात ये बड़ी शानदार बात है। ਖੇਤੀ ਮਕਾਓ, ਗੱਲਾਂ ਗੱਲਾਂ 'ਚ ਸਾਰੀ ਚਾਹ ਪੀ ਗਈ ਹੈ। अच्छा, वो बात ये है कि ये कहते हैं कि आप किसी के दिल को मोहब्बत के लिए मजबूर नहीं कर सकते, हाँ बिल्कुल नहीं। जैसे आप अपने मैदे को खुद सोच के हजम करने के लिए मजबूर नहीं कर सकते। ਉਹ ਸੁਣੋ ਮੇਦੇ ਦੇ ਦੁਸ਼ਮਣਾ ਸੁਣ ਤੇਰੀ ਗੱਲ ਹੋ ਰਹੀ ਅੱਛਾ ਮੁੜ ਵੀ ਲੈਂਦਾ ਵੀ ਹੁਣ ਤੇ। हारून मैं बस बता रही हूँ, मुझे आतिशबाजी करवानी है अपनी छोटी सिस्टर की शादी पे। ਮੈਡਮ ਤੁਸੀਂ ਆਤਿਸ਼ਬਾਜ਼ੀ ਕਰੋ ਜਾਂ ਨਾ ਕਰੋ, ਮੇਰੀ ਕੋਈ ਡਿਮਾਂਡ ਨਹੀਂ। ਪੁੱਤ ਤੇਰੇ ਲਈ ਤਾਂ ਕਰਾਉਣੀ ਆ ਤਾਂ ਕਿ 7 ਰੰਗ ਛੱਡੇ, ਤੁਹਾਡੇ ਜੀਆਂ ਦਾ ਪਤਾ ਲੱਗੇ ਕਿੱਥੇ ਕਿੱਥੇ ਬੈਠੇ ਆ। नाजरीन, वक्त तो एक छोटी सी ब्रेक का, कहीं मत जाएगा, भी मिलते हैं ब्रेक के बाद। कहाँ से ढूंढेंगे
कैसे मिलेंगे वो? पागल हैं, दोबारा ढूंढेंगे। मेरा नाम अल्फ्रेड नोबल है, मैं को भाई शिवाज पटाखे वाला नहीं। वेलकम बैक नाजरीन, अब हमारा सेगमेंट है हैरत कदा। मेरा फेवरेट। फेवरेट नहीं, तेरा ही आओ। पिछली बार हमने हैरत कदा में जो गुफ्तगू की थी डिएटला ऑफ पास इंसिडेंट के हवाले से की थी, जहां बहुत से लोग थे जिनका पता नहीं चल सका। इसी तरह एक वाकया हुआ सन 1977, नॉर्थ पाइन एक जगह है शिकागो के अंदर अमेरिका में। वहां पर फायर ब्रिगेड डिपार्टमेंट की तरफ से पुलिस को एक कॉल आई। उन्होंने कहा कि एक अपार्टमेंट है जिसमें कुछ कपड़े जले, जो आके हमने बुझा दिए हैं, लेकिन वहां एक लाश पड़ी है। वो लाश उस अपार्टमेंट की मालिका की है। और आपको कॉल करने का मकसद ये है कि वो तबाही मौत नहीं मरी, उसकी गर्दन पर निशानात हैं तशद्दुद के और उसके सीने में एक खंजर है। पुलिस जब वहां पहुंची तो उन्होंने जाके ये देखा कि वो जो खातून थी, 47 साल उनकी उम्र थी, कंवारी थी और उनका नाम था बासा, और वो एक हॉस्पिटल के अंदर जॉब करती थी और ठीक ठाक पैसा कमाती। जब उनके अपार्टमेंट के अंदर देखा गया तो उनका बैग भी पड़ा था, उसमें पैसे भी मौजूद थे, कोई चीज अपार्टमेंट की हिली नहीं हुई। और उनके जितने कॉन्टैक्ट्स थे, जब उनसे राब्ता किया गया तो सबके पास एक ठीक एलिबाय था। एलिबाय होता है कि जिस वक्त ये वाकया हुआ तो मैं कहाँ था उस वक्त, और उनका ताल्लुक कोई बहुत करीबी किसी के साथ भी नहीं था। हुआ ये कि कोई भी लीड पुलिस को प्रॉपर नहीं मिल सकी। 2-3 माह बाद करीब ही एक जगह पर शिकागो में ही एक खातून रहती थी। वो और उनके हस्बैंड दोनों उसी हॉस्पिटल में जॉब करते थे, लेकिन उनकी और मिस बासा की जो फौत हो चुकी, जिनका कत्ल हुआ, कोई इंटरेक्शन आपस में नहीं था। और ये चाइनीज थे, डॉक्टर चुआ और उनकी वाइफ मिसेस चुआ। ये तो सलीम साहब की बात हो रही है। जो डॉक्टर चुआ थे वो वॉशरूम में अपना मुंह धो रहे थे, पिछों कोई उन्होंने दुम कट गया। डॉक्टर चुआ को वॉशरूम के बाहर से बासा की आवाज आई। हारून साहब, आपने बोला कि उनका आपस में कोई इंटरेक्शन नहीं था। तो उन्हें कैसे पता चला कि वो उन्हीं की आवाज है? बहुत अच्छा पर्टिनेंट क्वेश्चन। एक जगह पे काम करते थे। नहीं, वो बिल्कुल ठीक कह रही हैं। अच्छा। उन्हें नहीं पता चला ये किसकी आवाज है। वो बाहर आए और वो जो आवाज थी वो टागालोग के नाम से एक लैंग्वेज है जो फिलीपींस में बोली जाती है। उन्होंने देखा कि उनकी बीवी टागालोग जबान में किसी और की आवाज में बात कर रही है। जब उन्होंने वो बात सुनी तो फौरी तौर पर उसको झंझोड़ा कि तुम क्या बातें कर रही हो। उन्हें तो समझ नहीं आई कि वो क्या कह रही है। जब वो होश में आई तो उसने कहा मुझे कुछ पता नहीं मैं क्या बोल रही थी। दोबारा वही ट्रांस उनकी बीवी पर तारी हुआ। उन्होंने उसे रिकॉर्ड किया और किसी को सुनवाया तो उन्होंने कहा कि ये फलां जुबान है और इस जुबान में तुम्हारी बीवी एक नाम ले रही है, एलन ने मुझे मारा, एलन ने मुझे मारा, एलन ने मुझे मारा। एलन भी एक आदमी था जो उस हॉस्पिटल में काम करता था। उन्होंने पुलिस से राब्ता किया तो पुलिस ने कहा कि जाने दे भाई, इन चीजों पर हम कोई केस वेस नहीं करते और ना ही ऐसा हम कर सकते हैं किसी को जाके कहेंगे एक भूत ने कहा है। कोई खास एविडेंस तो नहीं ना है। हुआ ये कि कुछ दिन के बाद जब दोबारा उस खातून पर वही ट्रांस आया तो उन्होंने उसमें उनसे पूछा कि उसने क्यों मारा, तो उसने जवाब दिया नेकलेस के लिए। पहना हुआ था लो जी माड़ी जी जुत्ती तो ही मारता उन्हें बेचारी ने। और भाई नेकलेस होता है जो गले में हार पहनता। सर इन्हों दे खानदान च गले च जुत्तियां ही पाउंदे। अच्छा जी, हुआ ये कि जब उसने ये बताया कि मेरे नेकलेस के लिए, तो उन्होंने उससे पूछा कि कहाँ है इस वक्त नेकलेस। उन्होंने कहा एलन ने अपनी गर्लफ्रेंड को दे दिया। उन्हें आगे तोड़ता है। वो दोबारा पुलिस के पास गए। अब शिकागो पुलिस ने कहा कि हम ये कर सकते हैं कि हम एलन की जो फ्रेंड है उसको बुलाते हैं थाने में और बहाने से नेकलेस की बात करते हैं। उन्होंने यही किया। जब उसको बुलाया, उसकी फ्रेंड को, उससे पूछा कि तुम्हारे बॉयफ्रेंड ने तुम्हें कुछ अर्सा पहले एक नेकलेस जो दिया है वो कहाँ है। उसने जवाब दिया घर पड़ा है। जिससे उन्हें ये बात कंफर्म हो गई कि नेकलेस का कुछ रौला जरूर है। बट स्टिल वो स्केप्टिक थे कि अभी भी ये हो सकता है कि जो मिसेस चुआ हैं वो कुछ प्लांट करने की कोशिश कर रही हूँ। वो चाह रही हूँ कि एलन फंसे क्योंकि उसी हॉस्पिटल में है। उन्होंने फिर एलन को बुलाया और एलन को बुला के ये कहा कि हमें पता चल गया है कि तुमने किल किया उसको, तुमने ये मर्डर किया।
और तुमने नेकलेस के लिए किया जो तुमने अपनी फ्रेंड को दिया, तो वो रोने लगा और उसने कहा कि हाँ मुझसे गलती हो गई, मैंने लालच में उसको कत्ल किया नेकलेस के। लेकिन कहानी यहाँ शुरू हुई है। अच्छा जी। यही हुआ ये कि जब वो मान गया उतनी देर में उसका लॉयर पहुंच गया। लॉयर ने आके पहला सवाल ही पुलिस को ये किया कि आपको ये टिप ऑफ किसने दी है, किसने बताया? उन्होंने कहा एक खातून है जो एक अजीब से मुराकबे में चली जाती हैं, उसके बाद वो ये बातें बोलती हैं। तो वो हंस पड़ा। उसने अंदर जाके उन साहब से कहा, एलन से, कि मुकर जाओ। अच्छा। और वो मुकर गया। उसने कहा कि आपके पास कोई सबूत नहीं है, मैंने मारा ही नहीं उसे। जब वो मुकर गया तो पुलिस ने उसको अरेस्ट करके केस फाइल कर दिया कोर्ट में। जब केस फाइल हो गया तो 1979 में अदालत लगी, ज्यूरी बैठी, जज बैठा, एलन बैठा, सब लोग बैठे। तो वकील ने खड़े होकर ये कहा कि जनाब, एक औरत ने किसी एक अजीब सी हालत में दिमागी तवाजुन खराब होने की वजह से एलन का नाम ले लिया है। 3 घंटे के अंदर अंदर एलन को अदालत ने बाइज्जत बरी कर दिया। वाह। एलन घर चला गया। उसके बाद उसने क्रिकेट शुरू की। ये एलन बॉर्डर की बात हो रही है। अल्लाह। और ठीक 2 महीने बाद एक रोज उसी पुलिस स्टेशन के अंदर एक ऑफिसर ने आके, वहां जो स्टेशन हेड था, उसको आके कहा कि सर बाहर एक आदमी आया है, वो पसीने में शराबूर है, वो कांप रहा है, उसकी हालत खराब है और वो कह रहा है हाँ हाँ मैंने कत्ल किया, और उसके हाथ में एक नेकलेस। उसने जब बुलाया तो वो एलन था। वो कांप रहा था, पसीने में शराबूर था, और उसने नेकलेस आगे रखा और उसने कहा कि साहब मैंने ही कत्ल किया। उसने कहा तुम तो मुकर गए थे। उसने कहा आप अभी लिखें और मुझे फौरन जेल में डाल दें। उसको जेल में डाला गया, उस पर केस चला, उसने फौरी तौर पे कबूल किया और उसने कहा जल्द से जल्द मुझे जेल भेज दें। क्यों? आज तक एलन ने ये नहीं बताया कि उसने ऐसा क्यों किया। ਤੁਹਾਡੀ ਅੱਡੇ ਖਪਣ ਦੀ ਕਿਹੜੀ ਲੋੜ ਹੈ ਜਦੋਂ ਮੰਨਣ ਹੀ ਨਹੀਂ ਰਿਹਾ। और एलन अभी जिंदा है? जी, एलन मर चुका है सन 2008 में। लेकिन उसने बताया अभी भी नहीं बताया। इसके बारे में ये कहा जाता है, इस केस के बारे में, कि ये हिस्ट्री का एक वाहिद केस है जिसको मकतूल ने खुद हल किया। ਹਾਂ ਲੱਕੀ ਦਾ ਭਰਾ ਵੀ ਵਿਚਾਰਾ ਸੜਕ ਤੇ ਜਾ ਰਿਹਾ ਸੀ। जी जी। ਉਧਰੋਂ ਟਰਾਲਾ ਆਇਆ, ਵਿੱਚ ਬੈਠਾ ਸਾਦਕਾਬਾਦ ਚਲਾ ਗਿਆ। अच्छा जी, आज सॉन्ग के लिए हमारे साथ रूबा खान मौजूद हैं। एक बहुत अच्छा गाना हमारे लिए लेकर आई हैं। आइए इनसे गाना से। क्या बात। ਭੈਣ ਮੇਰੀਏ, ਮੈਨੂੰ ਲੱਗਦਾ ਤੂੰ ਡੋਲੀ 'ਚ ਬਹਿਣਾ ਹੀ ਨਹੀਂ ਚਾਹੁੰਦੀ। ਕਦੀ ਹੱਥ ਕੱਢਣ ਦੇਈ, कभी पैर ਕੱਢਣ। नाज़रीन, ये था आज का शो। इंशाल्लाह आपसे मुलाकात होगी नेक्स्ट शो में। अपना बहुत सा ख्याल रखिएगा। अल्लाह हाफ़िज़।